बिस्मिल्लाहिर्रहमानिर्रहीम। हम्दो सना रब्बे मेहरबान के नाम और दुरूद सलाम शान कायनात हजरत मोहम्मद मुस्तफ़ा सल्लल्लाहु अलैहि वसल्लम। आमिर उस्मान आदिल आपकी खिदमत में हाजिर है। इस वक्त हम मौजूद हैं जानी पहचानी शख्सियत, किसी तारुफ की मोहताज नहीं, चौधरी एहसानुल हक मराना। नाज़रीन, आपको याद है कि अभी ये कल ही बरी होकर अपने मुकदमा कत्ल से अपने आबाई घर लौटे और फायरिंग का पर्चा भी इनके खिलाफ दर्ज कर लिया गया है थाना ककराली में। आज हम इनसे ये जानेंगे कि ये जब आए हैं जेल से बरी होकर, ज़ाहिर खुशी का मौका होता है, अजीज़ वक़ारिब दोस्त फैमिली के लोग खुशी को सेलिब्रेट करते हैं, लेकिन ये जो फायरिंग थी इसको किस नज़र से देखा गया? क्या फायरिंग इनकी इमां पर हुई? अस्सलाम वालेकुम जी। वालेकुम अस्सलाम। पहला ते जी तुसी अल्लाह ने तुहानू सुरखरू कीता है, बड़े साल पी कट के तुसी वापस आए हो घर, ये फायरिंग वाला की समा बनया? फायरिंग जनाब मैं तो आपको फील किया गलत होया, सजणा दे जज्बात ते गलत होया, नहीं होना चाहिए। क्या कोई तुहानू मतलब ਇਹਦੇ ਵਿੱਚ ਕੋਈ ਤੁਹਾਡਾ ਮਸ਼ਵਰਾ ਜਾਂ ਤੁਸੀਂ ਕਿਹਾ ਵੀ ਕੋਈ ਮਸ਼ਵਰਾ ਨਹੀਂ, ਇਸ ਤੇ ਬੰਨਾ ਇਹ ਤੁਹਾਡਾ ਅੰਦਰ ਦਾ ਸ਼ੌਕ ਆ? ਕੋਈ ਮਸ਼ਵਰਾ ਇਸ ਸਾਰੇ ਦੋਸਤਾਂ ਨੂੰ ਆਪਣਾ ਫਾਇਰ ਨਹੀਂ ਕਰਨਾ, ਚਲੋ ਉਹਨਾਂ ਕਰ ਦਿੱਤੇ। ਯਾਨੀ ਤੁਸੀਂ ਇਹਨੂੰ ਬਰਮਲਾ ਕਹਿੰਦੇ ਹੋ ਕਿ ਇਹ ਗਲਤ ਹੋਇਆ? ਜ਼ਿਆਦਾ ਬੋਲੇ ਹੀ ਇਹ ਫਾਇਰ ਥੋੜੇ ਹੀ ਹੈ, ਪਰ ਚਲੋ ਕੀਤੇ ਤੇ ਹੰਡ ਬਹੁਤ ਥੋੜੇ ਕੀਤੇ, ਗਲਤ ਹੋਇਆ। ਗਲਤ ਹੋਇਆ। ਹੁਣ ਜਿਹੜਾ ਪਰਚਾ ਹੋਇਆ ਹੈ ਜੀ ਉਹਨੂੰ ਤੁਸੀਂ ਫੇਸ ਕਰੋਗੇ? ਜੀ ਜ਼ਰੂਰ ਫੇਸ ਕਰਾਂਗੇ। ਲੋ ਜੀ, ਉਹ ਜਿਹੜਾ ਦੋਸਤਾਂ ਕੀਤੇ ਉਹਨੇ ਫੇਸ ਕਰਨਾ, ਕਿਸਾ ਕਰਨਾ। ਹਾਂ, ਇਹ ਕਲੀਅਰ ਹੋ ਗਿਆ ਜੀ ਕਿ ਜਿਹੜੀ ਤੁਹਾਡੀ ਬਰੀਅਤ ਦੀ ਖੁਸ਼ੀ ਵਿੱਚ ਫਾਇਰਿੰਗ ਕੀਤੀ ਗਈ ਜੀ ਉਹਦੇ ਵਿੱਚ ਤੁਹਾਡਾ ਮਸ਼ਵਰਾ, ਤੁਹਾਡੀ ਸਲਾਹ, ਤੁਹਾਡੀ ਇਮਾਂ ਕੋਈ ਚੀਜ਼ ਸ਼ਾਮਿਲ ਨਹੀਂ। ਤੁਸੀਂ ਇਸ ਅਮਲ ਨੂੰ ਬੁਰਾ ਸਮਝਿਆ? ਜੀ ਬੁਰਾ ਸਮਝਿਆ ਔਰ ਇਹਦੀ ਮੁਜ਼ੰਮਤ ਕਰਦੇ ਹੋ? ਜੀ। ਲੋ ਜੀ, ਇਹ ਜਿਹੜਾ ਮੁਕੱਦਮਾ ਕਤਲ 51/8 ਥਾਣਾ ਕਕਰਾਲੀ ਜਿਹਦੇ ਤੁਸੀਂ ਬਰੀ ਹੋਏ ਹੋ, ਇਹ ਇਲੈਕਸ਼ਨਾਂ ਦੇ ਵਿੱਚ ਕਿਹਾ ਗਿਆ ਕਿ 2008 ਦੇ ਇਲੈਕਸ਼ਨ ਵਿੱਚ ਤੁਹਾਡੀ ਤਲਖ ਕਲਾਮੀ ਹੋਈ ਫੋਨ ਕਾਲ ਉੱਤੇ ਰਜ਼ਾ ਅਲੀ ਸਕਨਾ ਕਾਲਜ ਦੇ ਨਾਲ, ਔਰ ਉਸ ਤੋਂ ਬਾਅਦ ਉਹਦਾ ਵਕੂਆ ਹੋ ਗਿਆ। ਇਹਸਾਨ ਮਰਾਣੇ ਦਾ ਕਿੰਨਾ ਵਿੱਚ ਅਮਲ ਦਖਲ? ਨਹੀਂ, ਇਹ 2008 2007 ਚ ਇਹਨਾਂ ਆਪਣੇ ਭਾਈ ਦੀਆਂ ਲੱਤਾਂ ਭੰਨੀਆਂ ਦੇ ਆਪਣੇ ਭਤੀਜੇ ਦੀਆਂ, ਮੈਂ ਚੁੱਕ ਕੇ ਉਹਨੂੰ ਹਸਪਤਾਲ ਪਹੁੰਚਾਇਆ, ਅਜ਼ੀਜ਼ ਭੱਟੀ ਮਾਸਟਰ ਅਬਦੁਲ ਗਫੂਰ ਜੀ ਉਹਦਾ ਮੁੰਡਾ ਹਸਨ, ਤੇ ਉਹਨੂੰ ਮੈਂ ਹਸਪਤਾਲ ਪਹੁੰਚਾਇਆ। ਸੁਬਾ ਮਾਸਟਰ ਗਫੂਰ ਦਾ ਮੁੰਡਾ ਜਿਹੜਾ ਆਸ਼ਮ ਹੈ ਨਾ, ਉਹ ਸਵੀਡਿਸ਼ ਕਾਲੀ ਪੜਦਾ, ਉਹਨੇ ਆ ਕੇ ਫੁੱਫੀ ਉਹਦੇ ਕੋਲ ਕਤਲ ਹੋ ਗਈ। ਇਹਨਾਂ ਮੇਰੇ ਤੇ ਪਰਚਾ ਦੇ ਦਿੱਤਾ, ਤਨਵੀਰ ਤੇ ਮੇਰੇ ਤੇ। ਉਹ ਅਸੀਂ ਜਨਾਬ ਥਾਣੇ ਪੇਸ਼ ਹੋ ਗਏ, ਬੇਗਨਾ ਹੋ ਗਏ। ਉਹਦੇ ਤੋਂ ਬਾਅਦ ਉਹਨਾਂ ਸਾਨੂੰ ਸੁਲ੍ਹਾ ਦੇ ਦਿੱਤੀ। ਇਹ ਠਾਕਦੇ ਰਹੇ ਸਾਰੇ ਭਰਾ ਭਾਣ ਜੇ ਸੁਲ੍ਹਾ ਨਹੀਂ ਕਰਨੀ, ਪਰ ਉਹ ਜਿਹੜਾ ਉਹਦਾ ਮਨੀਰ ਆ ਇਹਨਾਂ ਦਾ ਬਨੋਈ, ਉਹ ਬਹੁਤ ਅੱਛਾ ਆਦਮੀ ਆ, ਉਹਨੇ ਸਾਨੂੰ ਰਾਜ਼ੀਨਾਮਾ ਦੇ ਦਿੱਤਾ। ਉਹਦੇ ਤੋਂ ਬਾਅਦ ਜਨਾਬ ਰਜ਼ਾ ਅਲੀ ਜਿਹੜਾ ਹੈ, ਉਹਦੇ ਨਾਲ ਮੇਰੀ ਤਲਖ ਕਲਾਮੀ ਕਿਹੜੀ, ਉਹਦੇ ਮਕਾਨ ਤੇ ਜ਼ਮੀਨ ਤੇ ਮਾਸਟਰ ਗਫੂਰ ਦੇ ਤੇ ਕਾਬਜ਼ ਅੱਜ ਵੀ ਇਹ ਨੇ 13 ਸਾਲਾਂ ਦੇ ਜੀ। ਤੇ ਇਹਨਾਂ ਦਾ ਤਨਾਜ਼ਾ ਆਪਸ ਚ ਦੋ ਭਾਈਆਂ ਦਾ। ਮੇਰੀ ਤੇ 14 ਸਾਲਾਂ ਚ ਨਾ ਇਹਦੇ ਨਾਲ ਅੱਜ ਤੇ ਕੋਈ ਗਾਲ ਇੱਕ ਦੂਜੇ ਨੂੰ ਕੱਢੀ ਹੈ, ਨਾ ਚੰਡ ਮਾਰੀ ਹੈ, ਨਾ ਕੋਈ ਮੇਰੇ ਦੇ ਨਾਲ ਭੰਡੀ। ਮੇਰਾ 22 ਸਾਲ ਇਹਦੇ ਨਾਲ ਤਲਕ ਰਿਹਾ, ਮੇਰਾ ਯਾਰ ਰਿਹਾ, ਮੇਰਾ ਤਾਂ ਉਹਦੇ ਨਾਲ ਕੋਈ ਵੈਰ ਨਹੀਂ ਹੈ। ਜਿਹੜੇ ਕਾਨਫਰੰਸ ਕਰਦਾ, ਗੱਲਾਂ ਕਰਦਾ ਇਲਾਕੇ ਦਾ, ਨਾ ਉਹ ਇਲਾਕੇ ਜਾਵਾਂ ਤੇ ਨਾ ਮੈਂ ਇਲਾਕੇ ਜਾਵਾਂ। ਠੀਕ, ਦੁਬਾਰਾ ਮੈਂ ਦੁਹਰਾਨਾ ਗੱਲ ਨੂੰ ਜੀ ਕਿ ਰਜ਼ਾ ਅਲੀ ਤੇ ਆ ਜਾਏਗੀ, ਬਾਕੀ ਛੱਡ ਦਿਓ ਗੱਲਾਂ। ਰਜ਼ਾ ਅਲੀ ਦਾ ਜਿਹੜਾ ਕਤਲ ਹੋਇਆ ਜੀ, ਉਹਦੇ ਵਿੱਚ ਤੁਹਾਡਾ ਅਮਲ ਦਖਲ? ਬਿਲਕੁਲ ਕੋਈ ਮੌਕੇ ਤੇ ਨਹੀਂ। ਮੈਂ ਨਾ ਮੈਨੂੰ ਪਤਾ, ਮੈਨੂੰ 13 ਸਾਲ ਹੋਏ ਤੇ ਇਹ ਵੀ ਨਹੀਂ ਪਤਾ ਜਗ੍ਹਾ ਕਿਹੜੀ ਤੇ ਕਤਲ ਹੋਇਆ। ਠੀਕ ਹੋ ਗਿਆ। ਮੈਂ ਸ਼ੁਨੀਦ ਹਾਂ ਕਿ ਤਲਕ ਜਿਸ ਟਾਈਮ ਤੁਹਾਡਾ ਬੜਾ ਪਿਆਰ ਵਾਲਾ ਸੀ, ਇਹ ਰਜ਼ਾ ਅਲੀ ਉਸਲੇ ਬੱਚਾ ਹੋਏਗਾ ਛੋਟਾ, ਉਹਨੇ ਤੁਹਾਡੀ ਜਿਸ ਤਰ੍ਹਾਂ ਘਰਾਂ 'ਚ ਸਾਡੇ ਜਾਈਦਾ ਹੈ, ਇਹਨੇ ਤੁਹਾਡੀ ਖਾਤਰ ਮਦਾਰ ਹੈ, ਤੁਹਾਡਾ ਖਿਆਲ ਰੱਖਣਾ, ਤਰਾਵੇ ਭਰਾ ਤਾਬੇਦਾਰ, ਸਾਰੇ ਤਾਬੇਦਾਰ। ਮੈਨੂੰ ਇਹ ਗੱਲ ਦੱਸਿਆ ਜੇ ਕਿ ਇਹ ਇੰਨਾ ਅੱਛਾ ਤਲਕ ਤੁਹਾਨੂੰ ਉਹਨਾਂ ਨੇ ਪਰਚੇ 'ਚ ਪਾ ਲਿਆ, ਮਸ਼ੀਰਾ ਵਾਲੇ ਪਹਿਲੇ ਕਤਲ, ਬਾਅਦ ਵਿੱਚ ਰਜ਼ਾ ਅਲੀ 'ਚ ਨਾਮਜ਼ਦ ਕਰ ਲਿਆ। ਹੁਣ ਹਾਲਾਤ ਵਾਕਿਆਤ ਜਿੱਧਰ ਵੀ ਜਾ ਰਹੇ ਨੇ ਜੀ, ਕਿਆ ਸਮਝਦੇ ਹੋ ਤੁਸੀਂ ਕਿ ਇਹ ਜਿਹੜੀ ਤੁਹਾਡੀ ਸੁਲ੍ਹਾ ਦੀ ਵੀ ਇੱਕ ਮੂਵਮੈਂਟ ਚੱਲੀ ਸੀ, 2 ਵਾਰ ਬੜਾ ਵੱਡਾ ਇਕੱਠ ਹੋਇਆ? ਪਹਿਲਾਂ ਜਨਾਬ ਮੌਲਵੀ ਅਬੂ ਸਾਹਿਬ ਸਾਡੀ ਸੁਲ੍ਹਾ ਕਰਾਈ ਜੀ। ਇਹਨੇ ਸਾਡੇ ਕੋਲੋਂ ਮਾਸਟਰ ਗਫੂਰ ਵਾਲੀ FIR ਦਾ ਰਾਜ਼ੀਨਾਮਾ ਲੈ ਲਿਆ। ਇੱਕ ਸਮਾਨ ਚੋਰੀ ਦਾ ਪਰਚਾ ਇਹਦੇ ਤੇ, ਉਹ ਵੀ ਇਹਨੇ ਰਾਜ਼ੀਨਾਮਾ ਸਾਡੇ ਕੋਲ ਲੈ ਲਿਆ। ਉਹਦੇ ਤੋਂ ਬਾਅਦ ਜਦੋਂ ਇਹਦੀ ਵਾਰੀ ਆਈ ਤੇ ਇਹਨੇ ਆਖਿਆ ਮੈਂ ਰਾਜ਼ੀਨਾਮਾ ਨਹੀਂ ਦੇਣਾ। ਫਿਰ ਮੌਲਵੀ ਅਬਦ ਮੇਰੇ ਨਾਲ ਤੋਰ ਖਾਰੀਆਂ ਗਿਆ, ਲਾਲਾ ਅਫਜ਼ਲ ਗਿਆ, ਉਹਨਾਂ ਦਾ ਤਰਲਾ ਕੀਤਾ, ਰਾਜ਼ੀਨਾਮਾ ਹੋਇਆ। 2-2.5 ਹਜ਼ਾਰ ਬੰਦੇ 'ਚ ਬਹਿ ਕੇ ਤੈਨੂੰ ਗੱਲ ਨੂੰ ਸਿਰੇ ਚਾੜ, ਇਹਨੇ ਆਖਿਆ ਮੈਂ ਨਹੀਂ ਦੇਣਾ। ਉਹਦੇ ਤੋਂ ਬਾਅਦ ਜ਼ਾਲੀ ਵਾਲਾ ਰਾਜ਼ੀਨਾਮਾ ਵੀ ਇਹਨੇ ਸ਼ਾਇਦ ਰਜ਼ਾ ਦੇ ਡੇਰੇ ਸਾਨੂੰ ਆਪਣੇ ਭਾਈ ਨੂੰ ਦਿੱਤਾ, ਸਾਨੂੰ ਕਿ ਜਿਹੜਾ ਅਸੀਂ ਤੇ ਮੁਲਜ਼ਮ ਹੀ ਨਹੀਂ ਆ। ਇਹਦੇ ਭਾਈ ਨੂੰ ਰਾਜ਼ੀਨਾਮਾ, ਇਹਨੇ ਮਕਾਨ ਇੱਕ ਲਿਆ ਭਾਈ ਦਾ 18 ਲੱਖ ਦਾ ਰਾਜ਼ੀਨਾਮੇ 'ਚ। ਉਹਦੇ ਤੋਂ ਬਾਅਦ 5 ਸਾਲ ਇਹਨੇ ਸਾਨੂੰ ਲਾਰਾ ਲਾਈ ਰੱਖਿਆ, ਅੱਜ ਕੱਲ ਉਹਨੇ ਸਾਨੂੰ 2018 'ਚ ਵਾਪਸ ਦਿੱਤਾ। ਸਾਨੂੰ ਪਤਾ ਲੱਗ ਗਿਆ ਰਾਜ਼ੀਨਾਮਾ ਨਹੀਂ ਹੋਣਾ। ਮੈਂ ਪੇਸ਼ ਹੋ ਗਿਆ ਜਨਾਬ,
ਤੁਸੀਂ ਪੇਸ਼ ਹੋ ਕੇ ਜੀ। ਫੇਸ ਕਰ ਲਿਆ। ਜੀ ਹਾਂ, ਫਿਰ ਮੈਂ 1 ਸਾਲ ਹੋਇਆ ਜੇਲ੍ਹ 'ਚ। ਇਹਦੀਆਂ ਭਾਈ ਨੇ ਇਹਨੇ ਜ਼ਮੀਨ ਉਹਦੀ ਵਾਹੀ, ਇਹਦੇ ਮੁੰਡੇ ਨੂੰ ਫੋਨ ਕੀਤਾ, ਵਾਹ ਜ਼ਮੀਨ ਵਾਹੋ ਜਣੇ ਚੰਗੇ ਉੱਤੇ, ਉਹਨਾਂ ਦੀਆਂ ਲੱਤਾਂ ਭੰਨ ਛੜੀਆਂ ਨੇ, ਫਿਰ ਮੇਰੇ ਤੇ ਮਸ਼ਵਰੇ ਦਾ ਪਰਚਾ ਦੇ ਗਏ। ਲੋ ਜੀ, ਗੱਲਾਂ ਅੱਜ ਸਾਰੀਆਂ ਵਾਜ਼ੇ ਹੋ ਗਈਆਂ। ਹੁਣ ਆਖਰੀ ਗੱਲ ਹੈ ਜੀ ਕਿ ਤੁਸੀਂ ਘਰ ਆ ਗਏ ਹੋ, ਜੀ। ਰਜ਼ਾ ਅਲੀ ਦੇ ਪਰਚੇ 'ਚ ਬਰੀ ਹੋ ਗਏ ਹੋ। ਜੀ ਹਾਂ ਜੀ ਹੁਣ ਮਾਸਟਰ ਇਜਾਜ਼ ਤੇ ਤੁਸੀਂ ਜੀ। ਆਉਣ ਵਾਲਾ ਮੁਸਤਕਬਲ, ਕਿਆ ਤੁਸੀਂ ਕੋਈ ਕਿਰਦਾਰ ਅਦਾ ਕਰ ਸਕਦੇ ਹੋ? ਨਹੀਂ, ਕਿ ਮੇਰਾ ਭਰਾਵਾਂ ਦੀ ਆਪਸ ਵਿੱਚ ਕੋਈ ਸੁਲਹ ਹੋ ਜਾਏ? ਮੇਰਾ ਉਹਦੇ ਨਾਲ ਕੋਈ ਵੈਰ ਨਹੀਂ। ਵੈਰ ਉਹਦਾ ਆਪਣੇ ਭਰਾ ਨਾਲ, ਮੈਂ ਨਾ ਅੱਗੇ ਉਹਦੇ ਨਾਲ ਕੀਤਾ, ਨਾ ਅੱਗੋਂ ਉਹਦੇ ਨਾਲ ਕਰਨਾ। ਲੇਕਿਨ ਕਿਆ ਤੁਸੀਂ ਕਿਰਦਾਰ ਅਦਾ ਕਰ ਸਕਦੇ ਹੋ ਕਿ ਇਲਾਕੇ 'ਚ ਅਮਨ ਹੋ ਜਾਏ? ਤੇ ਇਹ ਵੀ ਜੋ ਤੁਹਾਡਾ ਪੁਰਾਣਾ ਜੀ, ਅਸੀਂ ਤਾਂ ਅੱਗੇ ਵੀ ਰਾਜ਼ੀਨਾਮਾ ਕਰਨ ਵਾਸਤੇ ਤਿਆਰ ਆ। ਇਹਨਾਂ ਭਾਈਆਂ ਦਾ ਅੱਗੇ ਵੀ ਕੀਤਾ, ਅੱਗੋਂ ਵੀ ਕਰਨ ਵਾਸਤੇ ਤਿਆਰ ਆ। ਸਾਡੇ ਨਾਲ ਤਾਂ ਉਹਦਾ ਵੈਰ ਹੀ ਕੋਈ, ਸਾਡਾ ਰਾਜ਼ੀਨਾਮਾ ਕਾਹਦਾ ਕਰਨਾ ਸੀ। ਜੀ ਨਾਜ਼ਰੀਨ, ਤੁਸੀਂ ਸੁਣ ਲੀਆਂ ਗੱਲਾਂ ਸਾਰੀਆਂ ਸੱਚੀਆਂ ਸਿੱਧੀਆਂ ਕਿ ਚੌਧਰੀ ਇਹਸਾਨ ਨੇ ਵਾਜ਼ੇ ਕਰ ਦਿੱਤਾ ਕਿ ਮਾਸਟਰ ਇਜਾਜ਼ ਨਾਲ ਨਾ ਪਹਿਲਾਂ ਕੋਈ ਦੁਸ਼ਮਣੀ ਹੈ, ਨਾ ਹੁਣ ਹੈ, ਨਾ ਅੱਗੋਂ ਹੈ। ਜੀ ਹਾਂ। ਹਾਲਾਤ ਵਾਕਿਆਤ ਐਸਾ ਮੌਜਬ ਬਣਦੇ ਗਏ, ਗਲਤ ਫਹਿਮੀਆਂ ਪੈਦਾ ਹੋਈਆਂ ਔਰ ਉਹਨਾਂ ਦੀ ਨੌਬਤ ਪਰਚਿਆਂ ਤੱਕ ਚਲੀ। ਜੀ ਕਾਬਲ ਅੱਜ ਵੀ ਭਾਈ ਦਾ ਮਕਾਨ ਛੱਡ ਦੇ, ਜ਼ਮੀਨ ਛੱਡ ਦੇ, ਤੇ ਅੱਜ ਵੀ ਉਹ ਰਾਜੀ ਨੇ ਇੱਕ ਹੋਰ ਗੱਲ ਕਰਦਾ, ਪੈਸ ਕਰਨ ਵਿੱਚ ਮੈਨੂੰ ਖਤਰਾ, ਮੇਰੇ ਭਾਈ ਨੂੰ ਇਹ ਕਤਲ ਕਰਕੇ ਮੇਰੇ ਤੇ ਪਰਚਾ ਨਾ ਦੇ ਦੇਣ, ਤੇ ਤੂੰ ਆਪਣਾ ਭਾਈ ਘਰ ਲੈ ਆ, ਤੇ ਤੈਨੂੰ ਐਡਾ ਪਿਆਰਾ, ਤੇ ਉਹਦਾ ਮਕਾਨ ਵਾਪਸ ਦੇ, ਉਹਦੀ ਜ਼ਮੀਨ ਵਾਪਸ ਦੇ, ਤੈਨੂੰ ਘਰ ਲਾਇਆ। ਯਾਨੀ ਮਾਸਟਰ ਇਜਾਜ਼ ਅਗਰ ਕੋਸ਼ਿਸ਼ ਕਰਨ ਜੀ ਤੇ ਇਹ ਵਕਤ ਮੁੱਕ ਸਕਦੇ ਨੇ। ਮੁੱਕ ਸਕਦਾ, ਅਸੀਂ ਮਕਾਨ ਵਾਸਤੇ ਤਿਆਰ। ਜੀ ਨਾਜ਼ਰੀਨ, ਇੱਕ ਬੜੀ ਵੱਡੀ ਗੱਲ ਸਾਹਮਣੇ ਆਈ ਹੈ ਕਿ ਇਹ ਸਾਰੀ ਰੰਜਿਸ਼ ਜੋ ਇੰਨੀਆਂ ਸਿਲਸਿਲਾ ਦਰਾਜ਼ ਹੋਇਆ, ਜਾਨਾਂ ਜ਼ਾਇਆ ਹੋਈਆਂ, ਅਗਰ ਅੱਜ ਵੀ ਮਾਸਟਰ ਇਜਾਜ਼ ਸਾਹਿਬ ਇਸ ਕਿੱਸੇ ਨੂੰ ਮੁਕਾਣਾ ਚਾਹਣ ਤੇ ਚੌਧਰੀ ਇਹਸਾਨ ਸਾਹਿਬ ਬਰਮਲਾ ਤੁਹਾਡੇ ਸਾਹਮਣੇ ਕਹਿ ਰਹੇ ਨੇ ਕਿ ਉਹ ਆਪਣਾ ਕਿਰਦਾਰ ਅਦਾ ਕਰ ਸਕਦੇ ਨੇ। ਅਸੀਂ ਹਲਫ ਦੇ ਸਕਦੇ ਹਾਂ ਜੀ, 3 FIR ਨੇ ਦੀਆਂ ਸਾਡੇ ਤੇ, 3 ਝੂਠੀਆਂ ਨੇ। ਸਾਡੇ ਕੋਲ ਖਾਂਡੇ ਕਾਬੇ ਚੱਲ ਕੇ ਨਿਆਂ ਲੈ। ਲੋ ਜੀ, ਬੜੀ ਵੱਡੀ ਗੱਲ ਹੈ ਜੀ ਕਿ ਇਹਨਾਂ ਉੱਤੇ 3 ਪਰਚੇ ਦਰਜ ਹੋਏ ਔਰ ਉਸ ਖਾਨਦਾਨ ਦੇ, ਮਾਸਟਰ ਇਜਾਜ਼ ਦੇ। ਇਹ ਤਿੰਨਾਂ 'ਚ ਕਹਿੰਦੇ ਨੇ ਕਿ ਅਸੀਂ ਜਾ ਕੇ ਨਿਆਂ ਦੇਣ ਨੂੰ ਤਿਆਰ ਹਾਂ ਅੱਲਾ ਦੇ ਘਰ ਤੱਕ। ਬੜੀ ਵੱਡੀ ਗੱਲ ਹੈ ਜੀ। ਸੱਜਣੋ, ਇਹ ਸਾਰੀ ਗੁਫ਼ਤਗੂ ਕਰਨ ਦਾ ਮਕਸਦ ਸਿਰਫ ਇਹ ਸੀ ਕਿ ਇਲਾਕੇ ਵਿੱਚ ਇਹਨਾਂ ਦੀ ਬਰੀਅਤ ਤੋਂ ਬਾਅਦ ਜਿਹੜੀ ਇੱਕ ਫਿਜ਼ਾ ਬਣਾਈ ਗਈ ਕਿ ਜੀ ਲੋਈ ਖੋਫੋ ਖਰਾਸ ਹੈ, ਚੌਧਰੀ ਇਹਸਾਨ ਸਾਹਿਬ ਘਰ ਆ ਗਏ ਜੀ, ਫਾਇਰਿੰਗ ਹੋ ਗਈ, ਔਰ ਸ਼ਾਇਦ ਫਾਇਰਿੰਗ ਦਾ ਤਾਸੁਰ ਇਹ ਲੈ ਗਿਆ ਕਿ ਇਹ ਮਾਸਟਰ ਇਜਾਜ਼ ਨੂੰ ਸ਼ਾਇਦ ਸੁਣਾਉਣ ਵਾਸਤੇ, ਉਹਨਾਂ ਨੂੰ ਇਹ ਦੱਸਣ ਵਾਸਤੇ ਕਿ ਲੋ ਜੀ ਮੈਂ ਤੇ ਬਰੀ ਹੋ ਕੇ ਆ ਗਿਆ। ਲੇਕਿਨ ਅੱਜ ਇਹਨਾਂ ਦੀ ਗੁਫ਼ਤਗੂ ਤੁਸੀਂ ਸੁਣ ਲਈ, ਇਹਨਾਂ ਨੇ ਬਰਮਲਾ ਕਰ ਦਿੱਤੀਆਂ 2-3 ਚੀਜ਼ਾਂ ਵਾਜ਼ੇ। ਨੰਬਰ 1 ਕਿ ਮਾਸਟਰ ਇਜਾਜ਼ ਨਾਲ ਇਹਨਾਂ ਦੀ ਕੋਈ ਦੁਸ਼ਮਣੀ ਨਹੀਂ, ਅਗਰ ਹੈ ਤਾਂ ਉਹਨਾਂ ਦੀ ਆਪਣੇ ਭਰਾ ਦੇ ਨਾਲ। ਔਰ ਬੜੀ ਵੱਡੀ ਗੱਲ ਇਹਨਾਂ ਕਰ ਦਿੱਤੀ ਕਿ ਇਹ ਆਪਣੀ ਹਰ ਤਰ੍ਹਾਂ ਦੀ ਸਫਾਈ ਦੇਣ ਨੂੰ ਤਿਆਰ ਨੇ ਕਿ ਇਹਨਾਂ ਦਾ ਕਿਸੇ ਵੀ ਉਸ ਮਾਮਲੇ 3 FIR 'ਚ ਕੋਈ ਅਮਲ ਦਖਲ ਨਹੀਂ। ਔਰ ਆਖਰੀ ਵੱਡੀ ਗੱਲ ਕਿ ਇਹ ਭਰਾ ਬਣ ਕੇ ਅੱਜ ਵੀ ਇਸ ਸੁਲਹ ਵਿੱਚ ਕਿਰਦਾਰ ਅਦਾ ਕਰਨ ਨੂੰ ਤਿਆਰ ਨੇ। ਸੱਜਣੋ, ਸਾਡੀ ਦੁਆ ਹੈ ਕਿ ਸਾਡੇ ਇਲਾਕੇ ਦਾ ਅਮਨ ਬੜੇ ਚਿਰ ਬਾਅਦ ਬਹਾਲ ਹੋਇਆ, ਔਰ ਹਰ ਬਸ਼ਰ ਦੀ ਦੁਆ ਹੈ, ਹਰ ਬੰਦੇ ਦੀ ਇਹ ਦੁਆ ਹੈ ਕਿ ਅੱਲਾਹ ਕਰੇ ਅਮਨ ਸ਼ਾਂਤੀ ਸਾਡੇ ਇਲਾਕੇ ਦੀ ਟਿਕੀ ਰਵੇ। ਇਹਦੇ ਨਾਲ ਤਾਮੀਰ ਤਰੱਕੀ ਜੁੜੀ ਹੈ ਆਉਣ ਵਾਲੀਆਂ ਨਸਲਾਂ ਦੀ। ਤੇ ਅਸੀਂ ਦੁਆ ਵੀ ਕਰਾਂਗੇ ਕਿ ਇਹ ਜਿਹੜਾ ਹੁਣ ਕਾਲਾ ਸਾਲਾ ਇਸ਼ੂ ਹੈ, ਇਹਦੇ ਵਿੱਚ ਵੀ ਅੱਲਾਹ ਤਾਲਾ ਕਰਮ ਕਰੇ, ਨਸਲਾਂ ਬਚ ਜਾਣ ਅਮਨ ਵਾਲੀਆਂ। ਬਹੁਤ ਸ਼ੁਕਰੀਆ ਜੀ।